ਇਹ ਵੇਖ ਲਓ ਨਾ, ਤੁਸੀਂ ਆਪ ਹੀ ਵੇਖ ਲਓ ਕਿ ਇਹ ਸਾਰਾ ਪਾਣੀ ਖੜਾ ਹੈ। ਇਹ ਸਾਡੀ ਮੱਕੀ ਉਹ ਵਿੱਚ ਹੀ ਖੜੀ ਹੈ। ਵੇਖ ਰਹੇ ਹਾਂ ਅਸੀਂ, ਵੇਖ ਰਹੇ ਹਾਂਜੀ, ਸਾਡੇ ਵਾਸਤੇ ਕੋਈ ਇਹੋ ਜਿਹਾ ਹਕੂਮਤ ਦਾ ਨੁਮਾਇੰਦਾ ਨਹੀਂ ਆਇਆ ਕਿ ਜਿਹੜੇ ਆ ਕੇ ਪੁੱਛ ਸਕੇ ਵੀ ਤੁਹਾਡੇ ਕੀ ਹਾਲਾਤ ਹਨ ਕੀ ਨਹੀਂ ਆ। ਰਾਈਟ ਵੇ ਪਾਕਿਸਤਾਨ ਦੇ ਨਾਲ ਤੁਹਾਡਾ ਮੈਂ ਹੋਸਟ ਅਲੀ ਅਸਗਰ ਡੋਡੀ ਤੇ ਨਾਜ਼ਰੀਨ ਇਸ ਟਾਈਮ ਮੈਂ ਦਰਿਆ ਸਤਲੁਜ ਦੇ ਇਲਾਕੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਅੱਜ ਇੱਕ ਐਸੇ ਕਿਸਾਨ ਮੌਜੂਦ ਨੇ ਜਿਨ੍ਹਾਂ ਦੀ 70 ਏਕੜ ਦੀ ਫਸਲ ਜਿਹੜੀ ਹੈ ਉਹ ਸੈਲਾਬੀ ਪਾਣੀ ਜਿਹੜਾ ਉਹਦੇ ਨਾਲ ਮੁਤਾਸਰ ਹੋਈ ਹੈ ਤੇ ਡੁੱਬ ਚੁੱਕੀ ਹੈ। ਬਿਲਕੁਲ ਕਿਸਾਨ ਜਿਹੜੇ ਨੇ ਉਹ ਬਿਲਕੁਲ ਤਬਾਹ ਬਰਬਾਦ ਹੋ ਚੁੱਕੇ ਨੇ, ਲੇਕਿਨ ਸਾਡੇ ਜਿਹੜੇ ਹਕੂਮਤੀ ਨੁਮਾਇੰਦੇ ਨੇ ਉਹ ਅਜੇ ਤੱਕ ਆਪਣੇ ਦਫ਼ਤਰਾਂ 'ਚੋਂ ਬਾਹਰ ਨਹੀਂ ਨਿਕਲੇ। ਜਿਹੜੀ ਮਸ਼ੀਨਰੀ ਹੈ ਉਹ ਇਸ ਟਾਈਮ ਫੀਲਡ ਦੇ ਵਿੱਚ ਮੌਜੂਦ ਨਹੀਂ ਹੈ, ਜਿਹੜੀ ਆ ਕੇ ਜਿਹੜੇ ਲੋਕ ਮੁਤਾਸਰ ਹੋਏ ਨੇ ਜ਼ਿਮੀਂਦਾਰ ਜਾਂ ਜਿਹੜੇ ਰਾਸ਼ੀ ਇਲਾਕੇ ਨੇ ਉਹਨਾਂ ਦੇ ਵਿੱਚ ਆ ਕੇ ਕੰਮ ਕਰੇ ਤੇ ਲੋਕਾਂ ਨੂੰ ਕਿਸੇ ਮਹਿਫੂਜ਼ ਮੁਕਾਮ ਤੇ ਮੁੰਤਕਿਲ ਕਰੇ ਜਾਂ ਉਹਨਾਂ ਦੀ ਮਦਦ ਕਰੇ। ਮੇਰੇ ਨਾਲ ਇਸ ਟਾਈਮ ਉਹ ਕਿਸਾਨ ਮੌਜੂਦ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਜਾਣਨੇ ਆ ਸੈਲਾਬ ਦੀ ਜਿਹੜੀ ਤਬਾਹਕਾਰੀਆਂ ਨੇ ਉਹਨਾਂ ਦੇ ਹਵਾਲੇ ਨਾਲ। अस्सलाम वालेकुम जी। ਵਾਲੇਕੁਮ ਸਲਾਮ। ਕੀ ਨਾਂ ਹੈ ਭਾਈ ਜੀ ਤੁਹਾਡਾ? ਨਵੀਦ। ਨਵੀਦ ਭਾਈ, ਕਿੰਨੇ ਏਕੜ ਜਿਹੜੀ ਤੁਹਾਡੀ ਜ਼ਮੀਨ ਸੀ? ਇਹ ਸਾਡਾ 70 ਏਕੜ ਹੈਗਾ ਸੀ। 70 ਏਕੜ ਰਕਬਾ ਸੀ ਤੁਸੀਂ? ਜੀ 70 ਏਕੜ ਹੈਗਾ ਸੀ। ਠੇਕੇ ਤੇ ਲਿਆ ਸੀ? ਠੇਕੇ ਤੇ ਲਿਆ ਹੋਇਆ ਸੀ। ਕਿੰਨਾ ਠੇਕਾ ਹੈ ਫੀ ਏਕੜ ਦਾ? ਫੀ ਏਕੜ ਪੌਣੇ 2 ਲੱਖ ਰੁਪਏ। ਪੌਣੇ 2 ਲੱਖ ਰੁਪਈਆ ਫੀ ਏਕੜ ਦਾ ਠੇਕਾ ਹੈ। ਠੇਕਾ ਹੈ। ਅਗਰ ਆਪਾਂ ਫਰਜ਼ ਕਰੋ ਝੋਨੇ ਦੀ ਜਿਹੜੀ ਫਸਲ ਹੈ ਕਾਸ਼ਤ ਕਰੀਏ 1 ਏਕੜ ਤੇ ਕਿੰਨਾ ਖਰਚਾ ਆਉਂਦਾ? 1 ਏਕੜ ਤੇ ਤਕਰੀਬਨ 70 ਤੋਂ 80 ਹਜ਼ਾਰ ਰੁਪਏ। 70 ਤੋਂ 80 ਹਜ਼ਾਰ ਰੁਪਏ, ਯਾਨੀ ਕਿ 70 ਏਕੜ ਰਕਬਾ ਤੁਹਾਡਾ 50 ਤੋਂ 60 ਲੱਖ ਰੁਪਈਆ ਤੁਹਾਡਾ ਖਰਚਾ ਹੋ ਚੁੱਕਾ। ਹਾਂਜੀ, ਜਿਹੜੀ ਸਾਰੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਡੁੱਬ ਚੁੱਕੀ ਹੈ ਜੀ। ਇਹ ਵੇਖ ਲਓ ਨਾ, ਤੁਸੀਂ ਆਪ ਹੀ ਵੇਖ ਲਓ ਕਿ ਇਹ ਸਾਰਾ ਪਾਣੀ ਖੜਾ ਹੈ। ਇਹ ਸਾਡੀ ਮੱਕੀ ਉਹ ਵਿੱਚ ਹੀ ਖੜੀ ਹੈ। ਵੇਖ ਰਹੇ ਹਾਂ ਅਸੀਂ, ਵੇਖ ਰਹੇ ਹਾਂ। ਹਾਂਜੀ, ਸਾਡੇ ਵਾਸਤੇ ਕੋਈ ਇਹੋ ਜਿਹਾ ਹਕੂਮਤ ਦਾ ਨੁਮਾਇੰਦਾ ਨਹੀਂ ਆਇਆ ਕਿ ਜਿਹੜੇ ਆ ਕੇ ਪੁੱਛ ਸਕੇ ਵੀ ਤੁਹਾਡੇ ਕੀ ਹਾਲਾਤ ਹਨ ਕੀ ਨਹੀਂ ਆ। ਕੀ ਪੈਗਾਮ ਦਿਓਗੇ ਤੁਸੀਂ ਸਾਡੇ ਹਕੂਮਤੀ ਨੁਮਾਇੰਦਿਆਂ ਨੂੰ ਤੇ ਸਾਡੇ ਜਿਹੜੇ ਆਪਣੇ ਨੁਮਾਇੰਦੇ ਨੇ ਇੱਥੋਂ ਦੇ ਇਲਾਕਿਆਂ ਦੇ ਉਹਨਾਂ ਨੂੰ? ਅਸੀਂ ਇਹ ਪੈਗਾਮ ਦੇਂਗੇ, ਸਾਡੇ ਨਾਲ ਤਾਂ ਜੋ ਹੋ ਗਈ ਹੈ, ਲੇਕਿਨ ਅੱਗੇ ਜਾ ਕੇ ਨਾ ਇਹਦਾ ਕੋਈ ਹੱਲ ਕਰਨ, ਇਹਨਾਂ ਨੂੰ ਕੋਈ ਰਿਲੀਫ ਦੇਵਣ, ਜਿਹੜੇ ਅੱਗੇ ਜ਼ੇਰੇ ਆਬ ਆ ਰਹੇ ਹਨ ਉਹਨਾਂ ਨੂੰ ਬਚਾਉਣ। ਸਾਡਾ ਇਹ ਪੈਗਾਮ। ਕੀ ਚਾਹੁੰਦੇ ਜੀ ਤੁਸੀਂ? ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਵਣ, ਖਾਦ ਸਸਤੀ ਕੀਤੀ ਜਾਵੇ, ਜਾਂ ਜਿਹਨਾਂ ਦੇ ਇਲਾਕੇ ਜਿਹੜੇ ਤੁਹਾਡੇ ਏਕੜ 70 ਏਕੜ ਜਿਸ ਤਰ੍ਹਾਂ ਤੁਹਾਡੀ ਫਸਲ ਜਿਹੜੀ ਤਬਾਹ ਹੋਈ ਹੈ ਇਹਨਾਂ ਨੂੰ ਕੋਈ ਜਿਹੜਾ ਆਪਣਾ ਰਕਮ ਦੀ ਸੂਰਤ ਦੇ ਵਿੱਚ ਕੋਈ ਇਹਨਾਂ ਨੂੰ ਰਿਲੀਫ ਦਿੱਤਾ ਜਾਵੇ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬਿੱਲ ਤਾਂ ਚਲੋ ਮਾਫ ਹੋ ਜਾਣ ਨਾ, ਇਹ ਤਾਂ ਬਾਕੀ ਜਿਹੜਾ ਆਮਦਨੀ ਖਰਚੇ ਤੇ ਨਾ ਕੀ ਦੇਣੇ, ਚਲੋ ਇਹ ਹੀ ਮਾਫ ਕਰ ਦੇਣ ਤਾਂ ਇਹ ਬੜੀ ਗੱਲ ਹੈ। ਤੁਹਾਡੀ ਜਿਹੜੀ ਜ਼ਮੀਨ ਹੈ ਉਹ ਤਕਰੀਬਨ 70 ਏਕੜ ਡੁੱਬੀ ਹੈ। ਇਸੇ ਤਰ੍ਹਾਂ ਹੋਰ ਕਿੰਨੇ ਕੁ ਇੱਥੇ ਘਰ ਨੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ? ਇੱਥੇ ਬੜੇ ਹੀ ਘਰ ਨੇ। ਇਹ ਵੇਖ ਲਓ ਪਿੱਛੇ ਸਾਰੀ ਜ਼ੇਰੇ ਆਬ ਹੈ ਜ਼ਮੀਨ, ਠੀਕ ਹੈ, ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਕੋਈ ਪੁੱਛਣ ਵਾਲਾ ਨਹੀਂ ਹੈਗਾ, ਕੋਈ ਕਹਿਣ ਵਾਲਾ ਨਹੀਂ ਕਿ ਜਿਹੜਾ ਨਾ ਇੱਥੇ ਕੋਈ ਹਕੂਮਤੀ ਨੁਮਾਇੰਦਾ ਹੀ ਨਹੀਂ ਹੈਗਾ ਕਿ ਉਹ ਆ ਕੇ ਸਾਡੀ ਮਦਦ ਕਰਦੇ। ਚਲੋ ਸਾਨੂੰ ਪਹਿਲੇ ਪਤਾ ਹੁੰਦਾ ਤੇ ਅਸੀਂ ਕੁਝ ਆਪਦਾ ਹੱਲ ਕਰ ਲੈਂਦੇ, ਠੀਕ ਹੈ, ਤਾਂ ਕਿ ਉਹ ਸਾਨੂੰ ਦੱਸਦੇ ਵੀ ਤੁਹਾਡੇ ਪਾਣੀ ਨਜ਼ਦੀਕ ਹੈ ਜਾਂ ਜੋ ਵੀ ਹੈ, ਬੰਦਾ ਕੋਈ ਹੁੰਦਾ ਪਹਿਲੇ ਵੀ ਹੱਲ ਕਰ ਲੈਂਦਾ। ਨਾਜ਼ਰੀਨ, ਇਸ ਟਾਈਮ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬੜਾ ਪਰੇਸ਼ਾਨ ਹੈ ਤੇ ਬੜਾ ਤਬਾਹ ਹੈ। ਪਹਿਲੇ ਹੀ ਮਹਿੰਗਾਈ ਬਹੁਤ ਜ਼ਿਆਦਾ ਹੈ ਤੇ ਬਿਜਲੀ ਦੇ ਬਿੱਲ ਵੇਖ ਲਓ, ਖਾਦ ਦੀ ਕੀਮਤ ਵੇਖ ਲਓ, ਬੀਜ ਜਿਹੜੇ ਨੇ ਉਹਨਾਂ ਦੀ ਕੀਮਤਾਂ ਵੇਖ ਲਵੋ, ਜ਼ਮੀਨਾਂ ਦੇ ਠੇਕੇ ਵੇਖ ਲਵੋ। 2-2 ਲੱਖ ਰੁਪਈਆ ਫੀ ਏਕੜ ਦਾ ਠੇਕਾ ਹੈ ਤੇ ਜਿਹੜਾ ਉਹਨਾਂ ਨੇ ਉੱਤੇ ਖਰਚਾ ਕੀਤਾ ਲੱਖ 1.5 ਲੱਖ ਰੁਪਈਆ ਇੱਕ ਏਕੜ ਤੇ ਉਹ ਵੀ ਗਿਆ, ਜ਼ਮੀਨਾਂ ਦੇ ਠੇਕੇ ਵੀ ਗਏ। ਇਹਨਾਂ ਵਿਚਾਰਿਆਂ ਨੂੰ ਉਹ ਠੇਕੇ ਇਹਨਾਂ ਦੇ ਕੌਣ ਅਦਾ ਕਰੇਗਾ? ਕੋਈ ਹੈ ਐਸਾ ਇਦਾਰਾ, ਕੋਈ ਹੈ ਐਸੀ ਹਕੂਮਤ, ਜਾਂ ਕੋਈ ਐਸਾ ਹਕੂਮਤੀ ਨੁਮਾਇੰਦਾ ਜਿਹੜਾ ਆ ਕੇ ਇਹਨਾਂ ਦੀ ਦਾਦਰਸੀ ਕਰੇ ਤੇ ਇਹਨਾਂ ਦੀ ਮਦਦ ਕਰੇ? ਇਸ ਟਾਈਮ ਜਿਹੜੇ ਕਿਸਾਨ ਨੇ ਨਾ, ਪੰਜਾਬ ਦਾ ਖਾਸ ਕਰ ਕਿਸਾਨ ਜਿਹੜਾ ਸਤਲੁਜ ਦੇ ਕਿਨਾਰੇ ਬੈਠਾ ਹੋਇਆ ਹੈ ਉਹ ਬਿਲਕੁਲ ਤਬਾਹ ਹੋ ਚੁੱਕਿਆ ਹੈ। ਤੇ ਜਿਹੜੇ ਅਦਾਰੇ ਨੇ ਉਹ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ, ਏਸੀ ਵਾਲੇ ਕਮਰਿਆਂ ਦੇ ਵਿੱਚ ਬੈਠੇ ਹੋਏ ਨੇ ਤੇ ਸਭ ਓਕੇ ਦੀ ਰਿਪੋਰਟ ਦੇ ਰਹੇ ਨੇ ਕਿ ਬਿਲਕੁਲ ਜੀ ਸਭ ਚੀਜ਼ਾਂ ਠੀਕ ਚੱਲ ਰਹੀਆਂ ਨੇ। ਇਸ ਟਾਈਮ ਜਿਹੜਾ ਪਾਣੀ ਹੈ ਨਾ ਉਹ ਤਕਰੀਬਨ ਉੱਤੇ ਦੇ ਕੋਲੇ ਪਹੁੰਚ ਚੁੱਕਿਆ। ਕੋਟ ਬਲੋਚਾਂ ਵਾਲਾ ਤੋਂ ਮੁਤਾਸਰ ਹੋ ਚੁੱਕਿਆ। ਜਿੱਥੇ ਮੈਂ ਖੜਾ ਹੈ ਪੱਕੀ ਸੜਕ, ਪਾਣੀ ਇਹ ਸੜਕ ਨੂੰ ਕ੍ਰਾਸ ਕਰ ਰਿਹਾ ਹੈ ਤੇ ਲੋਕ ਅਜੇ ਤੱਕ ਕਹਿ ਰਹੇ ਨੇ ਕਿ ਨਹੀਂ ਯਾਰ ਇਸ ਵਾਰੀ ਉਹਨਾਂ ਸੈਲਾਬ ਨਹੀਂ ਆਇਆ। ਮੈਂ ਕਹਾਂਗਾ ਕਿ 1988 ਤੋਂ ਬਾਅਦ ਅਗਰ ਕੋਈ ਵੱਡਾ ਸੈਲਾਬ ਆਇਆ ਹੈ ਤਾਂ ਉਹ ਇਸ ਟਾਈਮ ਮੌਜੂਦਾ ਹੈ, ਜਿਸ ਦੀ ਵਜ੍ਹਾ ਨਾਲ ਸੈਂਕੜੇ ਨਹੀਂ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਕਿਸਾਨਾਂ ਦੀ ਉਹ ਤਬਾਹ ਤੇ ਬਰਬਾਦ ਹੋ ਗਈ ਹੈ। ਕਿਸਾਨ ਬੇਘਰ ਹੋ ਗਏ ਨੇ, ਉਹਨਾਂ ਦੇ ਜਿਹੜੇ ਮਾਲ ਮਵੇਸ਼ੀ ਨੇ ਉਹ ਡੁੱਬ ਗਏ ਨੇ, ਫਸਲਾਂ ਡੁੱਬ ਗਈਆਂ ਨੇ। ਤੇ ਮੇਰੇ ਨਾਲ ਹੋਰ ਵੀ ਇੱਥੋਂ ਦੇ ਬਹੁਤ ਸਾਰੇ ਕਿਸਾਨ ਮੌਜੂਦ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਤੇ ਜਾਣਨੇ ਆ ਜਿਹੜੀ ਇਸ ਵਾਰੀ ਦੀ ਤਾਜ਼ਾ ਤਰੀਨ ਸੈਲਾਬ ਦੀ ਸੂਰਤ ਹਾਲ ਹੈ ਉਹਦੇ ਹਵਾਲੇ ਨਾਲ। ਕੀ ਨਾਮ ਭਾਈ ਤੁਹਾਡਾ? इमरान बलोच। ਇਮਰਾਨ ਬਲੋਚ, ਇੱਥੋਂ ਦੇ ਰਹਿਸ਼ੀ जी बिल्कुल, कोट बहावल दा। ਕੋਟ ਬਹਾਵਲ ਦੇ। बिल्कुल। ਕਿੰਨੀ ਜਿਹੜੀ ਤੁਹਾਡੀ ਜ਼ਮੀਨ ਹੈ ਸੈਲਾਬ ਦੀ ਜ਼ਦ ਵਿੱਚ ਆਈ?
ਤਕਰੀਬਨ ਇਹਦਾ ਕੋਈ ਹਿਸਾਬ ਨਹੀਂ ਹੈਗਾ। ਨਹੀਂ ਤੁਹਾਡੀ ਕਿੰਨੀ ਆਈ ਹੈ? ਸਾਡੀ ਵੀ ਤਕਰੀਬਨ 5-6 ਏਕੜ ਹੈ ਜਿਹੜੀ ਉਹ ਫਸਲ ਹੈ ਉਹ ਜ਼ੇਰੇ ਆਬ ਆ ਚੁੱਕੀ ਹੈ। 5-6 ਏਕੜ ਜਿਹੜੀ ਫਸਲ ਹੈ ਉਹ ਸਲਾਬ ਦੀ ਜ਼ਦ ਵਿੱਚ ਆ ਚੁੱਕੀ ਬਿਲਕੁਲ ਆ ਚੁੱਕੀ ਹੈ। ਹੈ। ਇਸ ਟਾਈਮ ਕੋਈ ਹਕੂਮਤੀ ਮਸ਼ੀਨਰੀ ਤੁਹਾਨੂੰ ਫੀਲਡ ਵਿੱਚ ਨਜ਼ਰ ਆ ਰਹੀ? ਕੋਈ ਕੁਝ ਨਹੀਂ ਆ ਰਿਹਾ, ਕੋਈ ਹੁਕੂਮਤ ਦਾ ਬੰਦਾ ਨਹੀਂ ਆ ਰਿਹਾ, ਕੋਈ ਸਰਕਾਰੀ ਅਹੁਦੇਦਾਰ ਨਹੀਂ ਆ ਰਿਹਾ, ਕੋਈ ਸਾਡੀ ਹੈਲਪ ਵਾਸਤੇ ਕੋਈ ਹੈ ਨਾ ਇਦਾਰਾ ਨਹੀਂ ਹੈ, ਕਮੇਟੀ ਨੇ ਜਿਹੜੀ ਆ ਤੇ ਸਾਨੂੰ ਨਾ ਇਤਲਾਹ ਦਿੱਤੀ ਹੋਏ ਪਾਣੀ ਜ਼ਿਆਦਾ ਹੈ ਜਾਂ ਪਾਣੀ ਦੀ ਵਜ੍ਹਾ ਤੋਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਕੋਈ ਐਸੇ ਹਿਫਾਜ਼ਤੀ ਬੰਨ ਪਾਏ ਜਾਵਣ, ਕੋਈ ਕੁਝ ਵੀ ਨਹੀਂ ਹੋਇਆ ਇੱਥੇ। ਕੋਈ ਕੁਛ ਨਹੀਂ ਹੈ। ਕੋਈ ਕੁਝ ਨਹੀਂ, ਨੁਕਸਾਨ ਸਾਡਾ ਬਹੁਤ ਹੋ ਚੁੱਕਾ ਹੈ। ਆਬਾਦੀ ਨੂੰ ਪਾਣੀ ਸਾਡਾ ਵੜ ਗਿਆ ਹੈ। ਕਿਸੇ ਵੀ ਨਹੀਂ ਆਖਿਆ ਵੀ ਜਿਹੜਾ ਨਾ ਤੁਹਾਨੂੰ ਪਾਣੀ ਜ਼ਿਆਦਾ ਹੈ ਜਾਂ ਕਿਸੇ ਇਤਲਾਹ ਦਿੱਤੀ ਹੋਵੇ ਵੀ ਨਿਕਲ ਜਾਓ, ਕੋਈ ਨਹੀਂ ਆਇਆ, ਕੋਈ ਬੰਦਾ ਵੀ ਨਹੀਂ ਆਇਆ। ਇਹ ਜਿਹੜੀ ਆਬਾਦੀ ਹੈ ਹਾਂਜੀ। ਕੋਟ ਬਲੋਚਾਂ, ਬਿਲਕੁਲ। ਇਹ ਦਰਿਆ ਤੋਂ ਕਿੰਨਾ ਦੂਰ ਹੈ? ਦਰਿਆ ਤੋਂ ਕਾਫੀ ਦੂਰ ਹੈ, 15-20 ਕਿਲੋਮੀਟਰ ਦੂਰ ਹੈ, 15-20 ਕਿਲੋਮੀਟਰ ਦੂਰ। 15-20 ਤੇ ਕਿਲੋਮੀਟਰ। ਪਾਣੀ ਇੱਥੇ ਵੀ ਪਹੁੰਚ ਚੁੱਕਾ। ਪਾਣੀ ਵੇ ਇੱਥੋਂ ਬੋੜ ਰਹੀ ਹੈ, ਸਾਨੂੰ ਲੱਗ ਸੀ ਅੱਗੇ ਵੀ 4 ਚੁਫੇਰੇ ਪਾਣੀ ਆ ਚੁੱਕਾ। ਪਾਣੀ ਦੀ ਤਾਦਾਦ ਬਹੁਤ ਜ਼ਿਆਦਾ ਹੈ, ਦੱਸਦੇ ਕੰਮ ਹੈ ਲੇਕਿਨ ਪਾਣੀ ਬਹੁਤ ਜ਼ਿਆਦਾ ਹੈ। ਇਹ ਪਾਣੀ ਸਾਡੇ ਜ਼ਿਆਦਾ। ਨਾਲ ਖਬਰਾਂ ਵਿੱਚ ਵੀ ਕੁਝ ਵੀ ਨਹੀਂ ਆ ਰਿਹਾ, ਕੋਈ ਜਿਹੜਾ ਇਹਨਾਂ ਨੁਮਾਇੰਦਾ ਜਾਂ ਮੀਡੀਆ ਦਾ ਹੈ, ਅਸੀਂ ਖਬਰਾਂ ਸੁਣੀ ਜਾਂਦੇ, ਕੋਈ ਉੱਥੇ ਦੱਸ ਨਹੀਂ ਰਿਹਾ ਸਤਲੁਜ ਦੀ ਕੀ ਸੂਰਤ ਹਾਲ ਹੈ, ਕੋਈ ਨਹੀਂ ਇੱਥੇ ਖਬਰ ਲੈਣ ਆ ਰਹੀ ਹੈ। ਲੇਕਿਨ ਸਾਡੀ ਤਬਾਹੀ ਹੋ ਚੁੱਕੀ, ਪੱਕੀਆਂ ਫਸਲਾਂ ਪਿੱਛੇ ਵੇਖ ਲਓ, ਅੱਜ ਦੇ ਵੇਖ ਲਓ, ਸਾਰੀਆਂ ਬੁੱਢੀਆਂ ਪਈਆਂ। ਹੁਣ ਅਸੀਂ ਆਦੇ ਆਪ ਤੇ ਆਦੇ ਸਿਰ ਤੇ ਨਿਕਲੇ ਜਾਂਦੇ ਹਾਂ। ਸਾਡਾ ਹਕੂਮਤ ਨਾਲ ਇਹ ਮੁਤਾਲਬਾ ਹੈ ਵੀ ਪਾਕ ਫੌਜ ਦੀ ਟੀਮ ਜਾਂ ਆਪਰੇਸ਼ਨ ਜਿਹੜਾ ਆਪਰੇਸ਼ਨ ਉਹਨੂੰ active ਕੀਤਾ ਜਾਵੇ, ਹਿਫਾਜ਼ਤੀ ਬੰਨ ਪਾਇਆ ਜਾਵੇ, ਕੋਈ ਸਾਡੀ ਬਚਤ ਹੋਈ ਜਾਵੇ। ਸਾਡੇ ਘਰ ਬਾਰਡਰ ਹਨ, ਮਾਲ ਮਵੇਸ਼ੀ ਬਾਰਡਰ ਹੀ ਹੈ, ਉਹ ਅਸੀਂ ਲੈ ਤੇ ਕਿੱਥੇ ਜਾਈਏ? ਤੁਹਾਨੂੰ ਕੈਂਪ ਕੋਈ ਦਿੱਤੇ ਜਾਵਣ? ਕੋਈ ਕੈਂਪ, ਕੋਈ ਐਸਾ ਇਦਾਰਾ ਨਹੀਂ ਆਇਆ ਵੀ ਜਿਹੜਾ ਆ ਤੇ ਸਾਨੂੰ ਨਾ ਇਤਲਾਹ ਦੀ। ਅਸੀਂ ਹੁਣ ਕਿੱਥੇ ਰਹਿਸ਼ ਕਿੱਥੇ ਕਰੀਏ? ਸਾਡੀ ਸਿਰਾਂ ਦੀ ਛੱਤ ਸਾਡੀ ਗਈ। ਅਸੀਂ ਹੁਣ ਗਰਮੀ ਉੱਤੋਂ ਬਾਰਿਸ਼ਾਂ ਆ ਰਹੀਆਂ, ਮੌਸਮ ਹੈ, ਮੌਨਸੂਨ ਬਾਰਿਸ਼ਾਂ ਲੱਗੀਆਂ ਹੋਈਆਂ, ਹੁਣ ਕਿੱਥੇ ਜਾਈਏ? ਉੱਤੋਂ ਅੱਲਾ ਦਾ ਸਹਾਰਾ ਬਈ ਕਿਤੇ ਹੁਣ ਕੋਈ ਜਗ੍ਹਾ ਦੱਸੇ ਨਾ ਸਾਨੂੰ, ਅਸੀਂ ਉੱਧਰ ਜਾਈਏ। कोई सरकारी ऐसा भी बंदा नहीं आया, वोट लवान तो सारे आ जाए। जी नाज़रीन, आपने किसानों की बातचीत सुनी। उनका कहना है कि अब हम सिर्फ एक वाहद जो आस है, वाहद जो सहारा अल्लाह के बाद, वो पाक फ़ौज का रह गया है। तो हुकूमत को चाहिए कि वो पाक फ़ौज को हुक्म दे और पाक फ़ौज अपना ऑपरेशन जारी करे, और ताकि जो ज़्यादा से ज़्यादा नुकसान है उससे बचा जा सके और लोगों को महफूज बनाया जा सके। वहाँ सिर्फ पाक फ़ौज का अदारा है जो अब इनकी जो मुश्किलें हैं वो आसान कर सकता है और इनको मज़ीद तबाही से बचा सकता है। तो हमें दीजिए इजाज़त और देखते हैं राइट वे पाकिस्तान।